अस्सलाम वालेकुम ख़ातिन हज़रात, मैं हूँ इसरार अहमद कसाना। ख़ातिन हज़रात, आपको पता है कि कोविड-19 पूरी दुनिया में बढ़ रहा है। इसी तरह यहाँ पे अल्बर्टा में कोविड-19 जो है वो बहुत ज़्यादा बढ़ रहा है। रेट ऑफ हॉस्पिटलाइज़ेशन बहुत बढ़ रहे हैं। केसेज़ जो हैं वो डेली की तादाद में बहुत ज़्यादा बढ़ने शुरू हो गए हैं। और इसके बारे में अल्बर्टा गवर्नमेंट ने बहुत ही इम्पोर्टेंट इनिशिएटिव्स लिए हैं और उसमें कम्युनिटी आउटरीच का जो एक प्रोजेक्ट है, उसके हवाले से आज हमने बात करनी है। बहुत इम्पोर्टेंट एरियाज़ हैं जिनको हमने कवर करना है और उनको कवर करने के लिए हमारे साथ मौजूद हैं राजन सोनी साहिबा, जो कि मिनिस्टर फॉर सोशल सर्विसेज़ हैं अल्बर्टा की। राजन जी, की हाल है जी तुहाडा? सत श्री अकाल जी। प्यार भरी सत श्री अकाल जी सारे ਨੂੰ अस्सलाम वालेकुम। हाल चाल तो बिल्कुल ठीक है जी, तुसी सुनाओ। बस ठीक ठाक ही है। कोविड की वजह तो जरा परेशानी हुई हुई है और मैं चाह रहा था कि जरा थोड़ा सारा पता लग जाए कि की हो रहा है आजकल, क्योंकि प्रीमियर कैनी ने पिछले दिनों बहुत लंबी ब्रीफिंग भी दी सी। उन्होंने दसिया कि असं की कर रहे हैं कम्युनिटी आउटरीच के हवाले नाल, और 11 कम्युनिटीज जड़ियां ने एडमिंटन और कैलगरी उन्होंने आइडेंटिफाई की सन और दिसंबर 15 तो एक नवा एक सिलसिला शुरू हो रहा है। यदि जरा थोड़ी जी तफसील दस दिओ और ताकि साडे जेडे दर्शक ने उन्होंने पता लग जाए कि की हो की रहा जी। बिल्कुल जी, हुण पूरी दुनिया विच ये परेशानी चल रही है कोविड-19 और साडे सूबे विच इन अल्बर्टा ये भी बहुत ही वड्डा मसला हैगा एंड खास करके साडे शहर विच नॉर्थ ईस्ट कैलगरी जिथे साडे अपनी कम्युनिटी दे बहुत सारे रेजिडेंट्स रहिंदे हैगे आ जिहड़े न्यू कमर्स हैगे आ और इन द कैपिटल सिटी टू एडमिंटन उथे 8-9 हलके हैगे आ जिथे नंबर्स काफी वध चुके हैगे आ तां कोविड काफी फैल चुका हैगा। ਹੁਣ ਅਸੀਂ ਕਮਿਊਨਿਟੀ ਦੀ ਆਵਾਜ਼ ਸੁਣੀ ਸੀ। ਕਮਿਊਨਿਟੀ ਤੋਂ ਸਾਫ਼-ਸਾਫ਼ ਮੈਸੇਜ ਆ ਰਿਹਾ ਸੀ ਕਿ ਸਾਨੂੰ ਹੋਰ ਹੈਲਪ ਦੀ ਜ਼ਰੂਰਤ ਹੈ। ਹੈਲਪ ਤਾਂ ਅਸੀਂ ਪਹਿਲਾਂ ਵੀ ਦੇ ਰਹੇ ਸੀਗੇ। ਮਾਰਚ ਵਿੱਚ ਜਦੋਂ ਪੈਂਡੇਮਿਕ ਦੀ ਅਨਾਉਂਸਮੈਂਟ ਹੋਈ ਸੀਗੀ, ਉਸ ਸਮੇਂ ਅਸੀਂ $30 ਮਿਲੀਅਨ ਦੇ ਗ੍ਰਾਂਟਸ ਦਿੱਤੇ ਸਨ ਟੂ ਕਮਿਊਨਿਟੀ ਆਰਗੇਨਾਈਜੇਸ਼ਨਸ ਐਂਡ ਉਸ ਤੋਂ ਬਾਅਦ ਵੀ ਹਮੇਸ਼ਾ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਜਿਹੜੇ ਕਮਿਊਨਿਟੀ ਲੀਡਰਸ ਹੈਗੇ ਆ ਤੇ ਜਿਹੜੀਆਂ ਸੋਸ਼ਲ ਸਰਵਿਸਿਜ਼ ਹੈਗੀਆਂ ਨੇ। ਪਰ ਹੁਣ ਕਿਉਂਕਿ ਨੰਬਰਸ ਵੱਧ ਚੁੱਕੇ ਨੇ, ਹਸਪੀਟਲ ਦੀ ਐਡਮਿਸ਼ਨਸ ਵੀ ਬਹੁਤ ਸਾਰੀਆਂ ਹੋ ਚੁੱਕੀਆਂ ਹੈਗੀਆਂ, ICU capacity is reaching its limit. We are putting more resources into it. ਹੁਣ ਪਿਛਲੇ ਮੰਗਲਵਾਰ ਅਸੀਂ ਅਨਾਉਂਸ ਕੀਤਾ ਸੀ our COVID care outreach strategy. ਹੁਣ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਸਾਡੇ ਨਿਊ ਕਮਰਸ ਹੈਗੇ ਆ ਜਾਂ ਜਿੱਥੇ ਕੋਵਿਡ ਜ਼ਿਆਦਾ ਫੈਲ ਚੁੱਕਾ ਹੈਗਾ ਆ, ਕਈ ਵਾਰੀ ਦੇਅਰ ਇਮੀਗ੍ਰੈਂਟ ਕਮਿਊਨਿਟੀਜ਼ ਉਹਨਾਂ ਨੂੰ ਅਸੀਂ ਹੋਰ ਸਪੋਰਟ ਦੇ ਰਹੇ ਹੈਗੇ ਆ। ਆਈਸੋਲੇਸ਼ਨ ਹੋਟਲਸ ਜਿਹੜੀ ਸਪੋਰਟ ਪਹਿਲਾਂ ਵੀ ਸਨ ਉਹ ਅਸੀਂ ਐਕਸਪੈਂਡ ਕਰ ਰਹੇ ਹਾਂ ਤੇ ਨਾਲ ਅਸੀਂ ਇਨਕਮ ਸਪੋਰਟ ਵੀ ਦੇ ਰਹੇ ਹੈਗੇ ਆ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੈਗੇ ਆ ਸਰਾਜ ਜੀ ਜਿਹੜੇ ਸਾਡੇ ਆਪਣੇ ਕਮਿਊਨਿਟੀ ਮੈਂਬਰਸ ਹੈਗੇ ਆ ਜਿਹੜੇ ਉਹਨਾਂ ਨੇ ਕੰਮਾਂ ਤੇ ਵੀ ਜਾਣਾ ਹੁੰਦਾ ਹੈ ਤਾਂ ਕੰਮ ਤੋਂ ਛੁੱਟੀ ਲੈਣੀ ਵੀ ਬਹੁਤ ਹੀ ਮੁਸ਼ਕਿਲ ਹੁੰਦਾ ਹੈ ਕਿਉਂਕਿ ਘਰ ਵਿੱਚ ਆਮਦਨ ਨਹੀਂ ਆਉਂਦੀ। ਫਿਰ ਇਸ ਦੀ ਰੈਕਗਨੀਸ਼ਨ ਵਿੱਚ ਸਰਕਾਰ ਵੱਲੋਂ $625 ਮਿਲ ਰਿਹਾ ਜਿਸ ਨੂੰ ਆਈਸੋਲੇਸ਼ਨ ਹੋਟਲ ਦੀ ਲੋੜ ਹੈਗੀ ਆ। ਨਾਲ ਟਰਾਂਸਪੋਰਟੇਸ਼ਨ ਸਪੋਰਟਸ ਵੀ ਹੈਗੀਆਂ ਨੇ and culturally appropriate sports like food ਜੇ ਕਿਸੇ ਨੇ ਹੋਟਲ ਵਿੱਚ ਰਹਿਣਾ ਹੈ ਉਹਨਾਂ ਦੇ ਹਿਸਾਬ ਦਾ ਖਾਣਾ ਵੀ ਮਿਲੇਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਨੰਬਰਸ ਹੈਗੇ ਆ ਕਈ ਵਾਰੀ ਮਜਬੂਰੀ ਹੁੰਦੀ ਹੈ ਤੁਸੀਂ ਘਰ ਵਿੱਚ ਰਹਿੰਦੇ ਆ ਆਪਣੇ ਪਰਿਵਾਰ ਨਾਲ ਤਾਂ ਕੋਈ ਠੀਕ ਜਗ੍ਹਾ ਨਹੀਂ ਹੁੰਦੀ ਆਈਸੋਲੇਸ਼ਨ ਵਾਸਤੇ ਇਸ ਕਰਕੇ ਅਸੀਂ ਹੋਟਲ ਦੀ ਕਪੈਸਿਟੀ ਅਸੀਂ ਵਧਾ ਚੁੱਕੀ ਹੈਗੀ ਆ ਨਾਲ ਅਸੀਂ ਬਹੁਤ ਸਾਰੀ ਐਡਵਰਟਾਈਜ਼ਿੰਗ ਵੀ ਕਰ ਰਹੇ ਹੈਗੇ ਆ ਫॉर ਅਵੇਅਰਨੈਸ ਸਾਡੇ ਜਿਹੜੇ ਪਹਿਲਾਂ ਸਰਕਾਰ ਤੋਂ ਕਈ ਵਾਰੀ ਲਿਟਰੇਚਰ ਆਉਂਦੀ ਸੀ ਮੈਨੂੰ ਕੋਈ ਕਹਿ ਰਿਹਾ ਸੀ ਇਟਸ ਲਾਈਕ ਸ਼ੇਕਸਪੀਅਰੀਅਨ ਪੰਜਾਬੀ ਔਰ ਸ਼ੇਕਸਪੀਅਰੀਅਨ ਉਰਦੂ ਜਿਹੜੀ ਆਮ ਅਸੀਂ ਪੰਜਾਬੀ ਉਰਦੂ ਹਿੰਦੀ ਅਸੀਂ ਬੋਲਦੇ ਹਾਂ ਉਸ ਭਾਸ਼ਾ ਵਿੱਚ ਨਹੀਂ ਲਿਖਿਆ ਜਾਂਦੀ ਸੋ we've tried to make it simpler so it's more easily understood so these kinds of supports were announced. ਵੈਰੀ ਗੁੱਡ। ਵੈਸੇ ਤਾਂ ਖੈਰ ਉਸ ਦਿਨ ਅਸੀਂ ਪ੍ਰੀਮੀਅਰ ਸਾਹਿਬ ਨਾਲ ਵੀ ਗੱਲ ਕਰ ਰਹੇ ਸੀ, ਤੁਹਾਡੇ ਨਾਲ ਵੀ ਗੱਲ ਹੋਈ ਸੀ। ਲੋਕਾਂ ਨੇ ਇਹਨੂੰ ਬੜਾ ਅੱਛੇ ਤਰੀਕੇ ਨਾਲ ਵੈਲਕਮ ਵੀ ਕੀਤਾ ਹੈਗਾ। ਉਹੀ ਚੀਜ਼ ਹੈ ਕਿ ਹੁਣ ਜਿਹੜੇ ਲੋਕ ਜਿਨ੍ਹਾਂ ਤੱਕ ਇਹ ਗੱਲ ਪਹੁੰਚਾਣੀ ਹੈ, ਜਿਸ ਤਰ੍ਹਾਂ ਉਸ ਦਿਨ ਮੈਂ ਕਿਹਾ ਸੀ ਕਿ ਇਨਫੋਡੈਮਿਕ ਦੀ ਜ਼ਰੂਰਤ ਹੈ ਔਰ ਉਹਦੇ ਵਾਸਤੇ ਮੈਂ ਸਮਝਦਾ ਆਈ ਰੀਲੀ ਅਪਰੀਸ਼ੀਏਟ ਯੂ ਕਿ ਤੁਸੀਂ ਇਸ ਨੂੰ ਇੱਕ ਕਮਿਊਨੀਕੇਸ਼ਨ ਸਟ੍ਰੈਟਜੀ ਦੇ ਤੌਰ ਤੇ ਲੈ ਰਹੇ ਹੋ। ਹੁਣ ਇਹਨੂੰ ਕਿਸ ਤਰ੍ਹਾਂ ਅੱਗੇ ਪਹੁੰਚਾਇਆ ਜਾਏਗਾ ਇਹ ਜ਼ਰਾ ਸਾਨੂੰ ਦੱਸੋ ਤਾਂ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਤਾ ਚੱਲੇ, ਕਿਉਂਕਿ ਜਿਹੜੇ ਲੋਕ ਵਿਚਾਰੇ ਮਜਬੂਰ ਨੇ, ਘਰਾਂ 'ਚ ਬੈਠੇ ਹੋਏ ਨੇ, ਆਈਸੋਲੇਸ਼ਨ ਕਰ ਰਹੇ ਨੇ, ਉਹ ਜਿਨ੍ਹਾਂ ਦੀ ਘਰਾਂ 'ਚ ਫੈਮਿਲੀ ਜ਼ਿਆਦਾ ਨੇ ਉਹਨਾਂ ਵਾਸਤੇ ਬੜਾ ਪ੍ਰੋਬਲਮ ਹੋ ਜਾਊਗਾ ਕਿ ਕਿਸ ਤਰ੍ਹਾਂ ਉਹ ਹੈਂਡਲ ਕਰਨਗੇ ਸਾਰੀ ਸਿਚੁਏਸ਼ਨ। ਹਾਂਜੀ ਮੈਨੂੰ ਇਹ ਲਫ਼ਜ਼ ਇਨਫੋਡੈਮਿਕ ਬਹੁਤ ਹੀ ਅੱਛਾ ਲੱਗਿਆ ਮੈਂ ਆਈਵ ਯੂਜ਼ਡ ਇਟ ਅ ਫਿਊ ਟਾਈਮਸ ਟੂ ਕਿਉਂਕਿ ਇਸ ਦੀ ਲੋੜ ਹੈਗੀ ਆ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗੀ ਸੋਮਾਲੀ ਕਮਿਊਨਿਟੀ ਨਾਲ ਮੇਰੀ ਗੱਲਬਾਤ ਹੋਈ ਸੀ ਮੇਰੇ ਖਿਆਲ 3-4 ਦਿਨ ਹੋ ਗਿਆ
ਐਂਡ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ which I already know but it was good to hear it again ਕਹਿ ਰਹੇ ਸੀ ਕਿ ਸਾਡੇ ਬੰਦੇ ਫੇਸਬੁੱਕ ਤੇ ਹੈਗੇ ਆ ਨਾ ਟਵਿੱਟਰ ਤੇ ਨਾ ਇੰਸਟਾਗ੍ਰਾਮ ਤੇ ਜਿਹੜੀਆਂ ਤੁਸੀਂ ਸਰਕਾਰ ਵੱਲੋਂ ਹੈਲਥ ਮੈਜਰਸ ਤੁਸੀਂ ਉਸ ਦੇ ਬਾਰੇ ਤੁਸੀਂ ਗੱਲ ਕਰਦੇ ਆ ਸਾਡੇ ਤੱਕ ਤਾਂ ਪਹੁੰਚਦੀ ਨਹੀਂ ਹੈਗੀ ਸਾਡੀ ਕਮਿਊਨਿਟੀ ਲੈਵਲ ਤੱਕ ਨਹੀਂ ਪਹੁੰਚਦੀ ਸੋ ਇਸ ਕਰਕੇ ਅਸੀਂ ਤੈਅ ਕੀਤਾ ਹੈਗਾ ਕਿ ਕਮਿਊਨਿਟੀ ਲੀਡਰਸ ਫੇਥ ਬੇਸਡ ਲੀਡਰਸ ਨਾਲ ਅਸੀਂ ਅੱਛੀ ਤਰ੍ਹਾਂ ਇੰਗੇਜਮੈਂਟ ਕਰਨੀ ਆ ਕਿ ਜਿਹੜੇ ਸੁਨੇਹੇ ਅਸੀਂ ਦੇਣੇ ਹੈਗੇ ਆ we will go through them ਕਈ ਵਾਰੀ ਜਦੋਂ ਕੋਈ ਕਮਿਊਨਿਟੀ ਮੈਂਬਰ ਹੁੰਦਾ ਹੈ ਖਾਸ ਕਰਕੇ ਨਿਊ ਕਮਰ ਮੇਬੀ ਪੀਪਲ ਫਰਮ ਈਸਟ ਅਫਰੀਕਾ ਕਮਿਊਨਿਟੀਜ਼ ਜਦੋਂ ਕੋਈ ਟਰਸਟਡ ਬੰਦਾ ਹੁੰਦਾ ਹੈ ਕੋਈ ਆਪਣਾ ਬੰਦਾ ਹੁੰਦਾ ਹੈ ਜਿਸ ਨੂੰ ਉਹ ਅੱਛੀ ਤਰ੍ਹਾਂ ਜਾਣਦੇ ਆ ਫਿਰ ਜਦੋਂ ਉਹ ਬੰਦਾ ਮੈਸੇਜ ਦਿੰਦਾ ਹੈ then it's taken more seriously so this is one strategy ਦੂਜੀ ਜਿਵੇਂ ਮੈਂ ਕਹਿ ਰਹੀ ਸੀ ਸਾਡੇ ਜਿਹੜੇ ਪ੍ਰੋਮੋਸ਼ਨਲ ਮਟੀਰੀਅਲਸ ਐਡਵਰਟਾਈਜ਼ਿੰਗ ਮਟੀਰੀਅਲਸ ਹੈਗੇ ਆ ਉਸ ਦੇ ਵਿੱਚ ਅਸੀਂ ਜ਼ਿਆਦਾ ਇਨਵੈਸਟਮੈਂਟ ਕੀਤੀ ਹੈਗੀ ਆ ਔਰ ਡੋਰ ਨੌਕਿੰਗ ਦੀ ਸਟ੍ਰੈਟਜੀ ਵੀ ਹੋ ਚੁੱਕੀ ਹੈ ਉਹ ਖਤਮ ਹੋ ਗਿਆ ਕੈਲਗਰੀ ਵਿੱਚ ਮੈਂ ਵੀ ਕੱਲ ਗਈ ਸੀਗੀ ਡੋਰ ਨੌਕਿੰਗ ਇਨ ਨਾਰਥ ਈਸਟ ਕੈਲਗਰੀ ਉਸ ਦੇ ਨਾਲ ਕੇਅਰ ਪੈਕੇਜਸ ਹੈਗੇ ਨੇ ਕੇਅਰ ਪੈਕੇਜਸ ਵਿੱਚ ਮਾਸਕਸ ਹੈਗੇ ਆ ਹੈਂਡ ਸੈਨੀਟਾਈਜ਼ਰ ਪਰ ਇੱਕ ਖੂਬੀ ਹੈਗੀ ਆ of the care packages ਉਸ ਦੇ ਵਿੱਚ ਇੱਕ ਫਲਾਇਰ ਹੈਗਾ in 5 different languages so ਜੇ ਕਿਸੇ ਨੂੰ ਕਿਸੇ ਚੀਜ਼ ਦੀ ਵੀ ਲੋੜ ਹੋਵੇ any kind of help there's a hotline number there that they can call and that's going directly to families at their doorstep ਅੱਛਾ ਇਹਦੇ 'ਚ ਇੱਕ ਹੋਰ ਚੀਜ਼ ਵੀ ਦੱਸੋ ਕਿ ਰੈਪਿਡ ਟੈਸਟਿੰਗ ਵੀ ਹੋ ਰਹੀ ਹੈ ਉਹਦੇ ਵਿੱਚ ਵੀ ਤੁਸੀਂ ਸਮਝਦੇ ਹੋ ਕਿ ਉਹਦੇ ਨਾਲ ਵੀ ਫਰਕ ਪਏਗਾ I think so ਖਾਸ ਕਰਕੇ ਹੁਣ ਮੇਰੀ ਮਿਨਿਸਟਰੀ ਵਿੱਚ ਹੋਮਲੈਸਨੈਸ ਪੋਪੂਲੇਸ਼ਨ ਵੀ ਹੈਗੀ ਆ ਐਂਡ ਜੇ ਉੱਥੇ ਤੱਕ ਰੈਪਿਡ ਟੈਸਟਿੰਗ ਮਿਲ ਚੁੱਕੀ ਕਿਉਂਕਿ ਉਹ ਕੰਗਰੀਗੇਟ ਕੇਅਰ ਸੈਟਿੰਗ ਵਿੱਚ ਰਹਿੰਦੇ ਆ ਹਨਾ ਫਿਰ ਉੱਥੇ ਤਾਂ ਬਹੁਤ ਫਰਕ ਪਏਗਾ ਕਿਉਂਕਿ ਇੱਕਦਮ ਟੈਸਟ ਦਾ ਪਤਾ ਚੱਲ ਜਾਏਗਾ ਐਂਡ ਦੈਨ ਦੇ ਕੈਨ ਪਲਾਨ ਅਕੋਰਡਿੰਗਲੀ so we're waiting for more widespread access to rapid testing ਹਾਂ ਬੜਾ ਇੰਪੋਰਟੈਂਟ ਹੈਗਾ ਕਿਉਂਕਿ ਜਿੰਨੇ ਲੋਕ ਪਰੇਸ਼ਾਨ ਨੇ ਉਹਨਾਂ ਨੂੰ ਪਤਾ ਚੱਲੇ ਤਾਂ ਕਿ ਅੱਛਾ ਤੁਸੀਂ ਕਮਿਊਨੀਕੇਸ਼ਨ ਸਟ੍ਰੈਟਜੀ ਦੀ ਗੱਲ ਕੀਤੀ ਕਮਿਊਨੀਕੇਸ਼ਨ ਸਟ੍ਰੈਟਜੀ ਦੇ ਇੱਕ ਬੜਾ ਇੰਪੋਰਟੈਂਟ ਤੁਸੀਂ ਜਿਹੜਾ ਐਸਪੈਕਟ ਦਾ ਜ਼ਿਕਰ ਕੀਤਾ ਉਹ ਹੈ ਕਿ ਕਮਿਊਨਿਟੀ ਲੀਡਰਸ ਜਿਹੜੇ ਨੇ ਉਹਨਾਂ ਤੱਕ ਪਹੁੰਚਿਆ ਜਾਊਗਾ ਅੱਛਾ ਉਹਨਾਂ ਤੱਕ ਪਹੁੰਚਣ ਦਾ ਤਰੀਕਾ ਕੀ ਹੋਊਗਾ ਤੁਸੀਂ ਉਹਨਾਂ ਨੂੰ ਡਾਇਰੈਕਟਲੀ ਕੰਟੈਕਟ ਕਰ ਰਹੇ ਹੋ ਕਿਸ ਤਰ੍ਹਾਂ ਕਰ ਰਹੇ ਹੋ ਜਾਂ ਮੀਡੀਆ ਦੇ ਜ਼ਰੀਏ ਉਹਨਾਂ ਨੂੰ ਕੰਟੈਕਟ ਕਰ ਰਹੇ ਹੋ ਜੀ ਹਾਂਜੀ 3-4 ਤਰੀਕੇ ਹੈਗੇ ਇੱਕ ਤਾਂ ਅਸੀਂ ਸਰਕਾਰ ਵੱਲੋਂ ਜਿਹੜੀਆਂ ਸਾਡੀਆਂ ਰਿਲੇਸ਼ਨਸ਼ਿਪਸ ਹੈਗੀਆਂ ਅਸੀਂ ਉਹਨਾਂ ਨੂੰ ਅਸੀਂ ਵਰਤ ਰਹੇ ਹੈਗੀਆਂ ਮੈਂ ਮੇਰੇ ਖਿਆਲ ਤਕਰੀਬਨ 8-9 ਰਾਉਂਡ ਟੇਬਲਸ ਆਲਰੇਡੀ ਕਰ ਚੁੱਕੀ ਹਾਂ ਪਹਿਲਾਂ ਵੀ ਮੈਂ ਕਰ ਚੁੱਕੀ ਸੀ ਸੋ ਫੇਸ ਟੂ ਫੇਸ ਜਦੋਂ ਤੁਸੀਂ ਗੱਲ ਕਰਦੇ ਆ ਜਦੋਂ ਤੁਸੀਂ ਆਪਣੀ ਦਿਲ ਦੀ ਗੱਲ ਕਰਦੇ ਹੈਗੇ ਆ ਤੁਸੀਂ ਆਪਣੀ ਪਰੇਸ਼ਾਨੀਆਂ ਇੱਕ ਦੂਜੇ ਨਾਲ ਤੁਸੀਂ ਗੱਲਬਾਤ ਕਰਦੇ ਹੈਗੇ ਫਿਰ ਹੀ ਪਤਾ ਚੱਲਦਾ ਹੈ ਫਿਰ ਮੈਂ ਹਮੇਸ਼ਾ ਕਹਿੰਦੀ ਹੁੰਦੀ ਵੀ ਤੁਸੀਂ ਝੱਕਣਾ ਨਹੀਂ ਹੈਗਾ ਜੋ ਤੁਹਾਡੇ ਮਨ ਵਿੱਚ ਹੈਗਾ ਤੁਸੀਂ ਅੱਛੀ ਤਰ੍ਹਾਂ ਦੱਸੋ ਕਿਉਂਕਿ ਜੇ ਤੁਸੀਂ ਸਾਨੂੰ ਨਹੀਂ ਦੱਸ ਸਕਦੇ ਸਰਕਾਰ ਨੂੰ ਫਿਰ ਤੁਸੀਂ ਕਿਹਨੂੰ ਦੱਸ ਸਕਦੇ ਆ ਫਿਰ ਇਹ ਇੱਕ ਪ੍ਰੋਸੈਸ ਹੈਗਾ ਟੂ ਐਸਟੈਬਲਿਸ਼ ਟਰਸਟ so I'm doing that other ministers are doing that and we're taking action ਇਸ ਤੋਂ ਇਲਾਵਾ ਜਿਹੜੀਆਂ ਸੋਸ਼ਲ ਸਰਵਿਸ ਏਜੰਸੀਜ਼ ਹੈਗੀਆਂ ਨੇ they have been working here for a long time ਉਹਨਾਂ ਦੇ ਆਪਣੇ ਨੈਟਵਰਕਸ ਹੈਗੇ ਆ ਆਪਣਾ ਇਨਫਰਾਸਟ੍ਰਕਚਰ ਹੈਗਾ ਆ ਐਂਡ ਇੱਕ ਆਰਗੇਨਾਈਜੇਸ਼ਨ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਲਾਈਕ ਐਕਸ਼ਨ ਡਿਗਨਿਟੀ ਉਹਨਾਂ ਦੇ ਆਰਗੇਨਾਈਜੇਸ਼ਨ ਵਿੱਚ ਕਲਚਰਲ ਬ੍ਰੋਕਰਸ ਹੈਗੇ ਨੇ ਜਿਹੜੇ ਕਲਚਰਲ ਬ੍ਰੋਕਰਸ ਹੈਗੇ ਆ they know people in the community ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਉਹਨਾਂ ਦੀਆਂ ਜੋ ਉਹਨਾਂ ਦੇ ਫਿਕਰ ਹੈਗੇ ਆ ਉਹਨਾਂ ਦੀਆਂ ਨੀਡਸ ਹੈਗੇ ਆ they can understand this so there's many different ways that we're looking at to create these relationships and at the end of the day ਇਸਰਾਰ ਜੀ ਕੈਲਗਰੀ ਵੱਡਾ ਸ਼ਹਿਰ ਤਾਂ ਹੈਗਾ ਪਰ ਇੱਕ ਪਾਸਿਓਂ ਛੋਟਾ ਸ਼ਹਿਰ ਵੀ ਹੈਗਾ ਸਾਰੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ and we're just trying to strengthen these relationships very nice and ਮੈਂ ਜਿਨ੍ਹਾਂ ਲੋਕਾਂ ਨਾਲ ਵੀ ਗੱਲ ਕੀਤੀ ਹੈ ਰਾਜਨ ਜੀ ਉਹਨਾਂ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਕਿਉਂਕਿ ਇੱਕ ਮਦਰਲੀ ਐਟੀਟਿਊਡ ਨਜ਼ਰ ਆ ਰਿਹਾ ਕਿ ਜਿਸ ਤਰ੍ਹਾਂ ਮਦਰ ਆਪਣੇ ਬੱਚਿਆਂ ਦੇ ਵਾਸਤੇ ਬਹੁਤ ਜ਼ਿਆਦਾ ਕੇਅਰਿੰਗ ਹੁੰਦੀ ਹੈ ਉਹ ਸੋਚ ਰਹੇ ਨੇ ਕਿ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਇੱਕ ਚੀਜ਼ ਦੱਸੋ ਕਿ ਤੁਸੀਂ ਜ਼ਿਕਰ ਕੀਤਾ ਕਿ ਮੁxtਲਿਫ ਲੈਂਗੁਏਜਸ ਦੇ ਵਿੱਚ ਤੁਸੀਂ ਕਰ ਰਹੇ ਹੋ ਤਕਰੀਬਨ ਮੇਰੇ ਖਿਆਲ 10 ਲੈਂਗੁਏਜਸ ਦੇ ਤੁਸੀਂ ਟ੍ਰਾਂਸਲੇਸ਼ਨਸ ਕਰਕੇ ਇਹ ਮੈਸੇਜ ਪਹੁੰਚਾ ਰਹੇ ਹੋ ਤਾਂ ਕਿ ਲੋਕ ਜਿਹੜੇ ਇੰਗਲਿਸ਼ ਨਹੀਂ ਸਮਝ ਸਕਦੇ ਉਹਨਾਂ ਤੱਕ ਵੀ ਇਹ ਪਹੁੰਚ ਸਕੇ ਇਜ਼ ਦੈਟ ਰਾਈਟ ਜੀ ਹਾਂਜੀ that is right ਪਹਿਲਾਂ ਜਿਹੜੀ ਟ੍ਰਾਂਸਲੇਸ਼ਨਸ ਐਂਡ ਇੰਟਰਪ੍ਰੀਟੇਸ਼ਨ ਸੀ ਮੇਰੇ ਖਿਆਲ ਸਿਰਫ 5-6 ਲੈਂਗੁਏਜਸ ਵਿੱਚ ਸੀ ਹੁਣ ਅਸੀਂ 10 ਤੱਕ ਵਧਾ ਚੁੱਕੇ ਹੈਗੇ ਆ and already message ਪਹੁੰਚ ਚੁੱਕਾ ਹੈ that we have forgot the Kurdish language so ਉਸੇ ਬਾਰੇ ਵੀ ਹੁਣ ਅਸੀਂ ਦੇਖਾਂਗੇ ਐਂਡ ਜਿਵੇਂ ਮੈਂ ਪਹਿਲਾਂ ਹੀ ਕਹਿ ਰਹੀ ਸੀ ਜਿਹੜੀ ਹੁਣ ਬੋਲੀ ਵੀ ਹੈਗੀ ਆ ਇਟਸ ਮੋਰ ਸਿੰਪਲ everyday dialogue not very formal language so ਇਸ ਨਾਲ ਵੀ ਬਹੁਤ ਫਰਕ ਪੈਂਦਾ ਹੈਗਾ and immigrant services you know that organization ਉਹ ਵੀ ਸਾਡੀ help ਕਰ ਰਹੇ ਹੈਗੇ in translation and interpretation but at the end of the day ਮੈਨੂੰ ਲੱਗ ਰਿਹਾ ਜਿਹੜੀ ਸਾਰੀ ਅਸੀਂ effort ਕਰ ਰਹੇ ਹਾਂ some of the best ways to spread information is WhatsApp
ਤੁਸੀਂ WhatsApp ਤੇ ਪੋਸਟਰ ਪਾ ਦਿਓ, ਸਾਰਿਆਂ ਕੋਲ WhatsApp ਹੁੰਦਾ ਹੈ ਪੂਰੀ ਦੁਨੀਆ ਵਿੱਚ, ਪੂਰੀ ਦੁਨੀਆ ਤੱਕ ਪਹੁੰਚ ਜਾਂਦਾ ਹੈ। ਤਾਂ ਇਹੀ ਮੈਂ ਸਭ ਨੂੰ ਕਹਿੰਦੀ ਹੈਗੀ ਹਾਂ ਵੀ ਜੇ ਉਹ ਤੁਹਾਡੀ ਮੈਸੇਜ ਹੈਗੀ ਆ, just put it on WhatsApp and spread it around. ਐਬਸੋਲੂਟਲੀ, ਐਬਸੋਲੂਟਲੀ। ਔਰ ਇੱਕ ਚੀਜ਼ ਹੋਰ ਜਿਹੜੀ ਹੈ ਬੜੀ ਇੰਪੋਰਟੈਂਟ ਹੈਗੀ ਹੈ ਕਿ ਉਹ ਕੋਲੈਬੋਰੇਟਿਵ ਅਪਰੋਚ, ਕਿ ਤੁਸੀਂ ਪਾਰਟਿਸਿਪੇਟਰੀ ਅਪਰੋਚ ਐਂਡ ਕੋਲੈਬੋਰੇਟਿਵ ਅਪਰੋਚ, ਕਿ ਕਿੰਨੀਆਂ ਆਰਗੇਨਾਈਜੇਸ਼ਨਸ ਨਾਲ ਤੁਸੀਂ ਹੁਣ ਤੱਕ ਰਾਬਤਾ ਕਰ ਚੁੱਕੇ ਹੋ, ਜਿਹੜੀਆਂ ਕਿ ਕਮਿਊਨਿਟੀ ਆਰਗੇਨਾਈਜੇਸ਼ਨਸ ਨੇ, ਤਾਂ ਕਿ ਇੱਕ ਕੋਲੈਬੋਰੇਸ਼ਨ ਨਜ਼ਰ ਆਊਗੀ ਤੇ ਫਿਰ ਉਹਦਾ ਰਿਜ਼ਲਟ ਵੀ ਆਏਗਾ ਔਰ ਇੰਪੈਕਟ ਵੀ ਹੋਏਗਾ। Good question ਜੀ। ਹੁਣ ਇਹ ਜਿਹੜਾ ਨਵਾਂ ਇਨੀਸ਼ੀਏਟਿਵ ਸ਼ੁਰੂ ਕੀਤਾ ਇੱਥੇ Calgary, we have a Calgary table. There's a Northeast Zone collaboration or collective. ਉਹਨਾਂ ਨਾਲ ਮੇਰੇ ਖਿਆਲ 8-9 organizations ਜੁੜੇ ਹਨ, ਪਰ ਪੂਰੀ ਸਿਟੀ ਵਿੱਚ ਬਹੁਤ ਸਾਰੇ social services organizations ਹੈਗੀਆਂ ਨੇ। ਜਿਹੜੀ ਮੈਂ funding ਦਿੱਤੀ ਸੀ in March of this year, there were, I think, 400 organizations across the province who received funding. ਐਂਡ ਜਿਹੜੇ ਆਰਗੇਨਾਈਜੇਸ਼ਨਸ ਕੈਲਗਰੀ ਵਿੱਚ ਹੈਗੇ ਆ, ਐਡਮਿੰਟਨ ਵਿੱਚ, ਸਾਰਿਆਂ ਨੂੰ ਮੈਂ ਫੋਨ ਕਰ ਚੁੱਕੀ ਹੈਗੀ ਆ। ਤਾਂ ਉਹਨਾਂ ਨੂੰ ਮੈਂ ਇਹ ਇੱਕ ਸਵਾਲ ਪੁੱਛਿਆ ਸੀ ਐਂਡ ਆਈ ਗੇਵ them a challenge, ਮੈਂ ਕਿ ਇਹ ਹੁਣ ਸਾਡੀ ਸਿਚੁਏਸ਼ਨ ਹੈਗੀ ਆ ਵੀ ਤੁਸੀਂ ਦੱਸੋ, this is a challenge to you, ਵੀ ਤੁਸੀਂ ਕੀ ਕਰ ਸਕਦੇ ਆ, because you have the experience and you have the expertise. So ਇਸ ਦੇ ਨਾਲ ਵੀ ਇਸਰਾਰ ਜੀ ਮੈਨੂੰ ਬਹੁਤ ਸਾਰੇ ਫੋਨ ਆ ਚੁੱਕੇ ਹੈਗੇ, ਮੈਸੇजेस ਆ ਚੁੱਕੇ ਹੈਗੇ ਫਰਮ ਕਮਿਊਨਿਟੀ ਮੈਂਬਰਸ, ਕਹਿ ਰਹੇ ਵੀ ਅਸੀਂ ਵੀ ਵੋਲੰਟੀਅਰ ਕਰਨਾ ਚਾਹ ਰਹੇ ਹਾਂ, ਤੁਸੀਂ ਦੱਸੋ ਵੀ ਕਿਹੜੀਆਂ ਓਪਰਚੁਨਿਟੀਜ਼ ਹੈਗੀਆਂ ਨੇ। ਸੋ ਦੇਅਰਸ ਲੋਟਸ ਆਫ ਪੀਪਲ ਹੂ ਵਾਂਟ ਟੂ ਹੈਲਪ ਆਊਟ। ਕਿਉਂਕਿ ਬੇਸਿਕਲੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹਦਾ ਜਿਸਟ ਮੈਂ ਜਿਹੜੀ ਸਮਝ ਰਿਹਾ ਹੋਇਆ ਹੈਗੇ ਕਿ ਤੁਸੀਂ ਇੱਕ ਕਮਿਊਨਿਟੀ ਲੈਡ ਅਪਰੋਚ ਨੂੰ ਲੈ ਕੇ ਚੱਲ ਰਹੇ ਹੋ, ਕਿ ਕਮਿਊਨਿਟੀ ਖੁਦ ਇਹਨੂੰ ਲੀਡ ਕਰੇ ਔਰ ਕਮਿਊਨਿਟੀ ਜਿਹੜੀ ਹੈ ਉਹਨੂੰ ਲੀਡ ਕਰਦੇ ਹੋਇਆ ਜਿਸ ਕਰੇਗੀ ਤਾਂ ਉਹਦਾ ਜ਼ਿਆਦਾ ਇੰਪੈਕਟ ਵੀ ਹੋਵੇਗਾ। ਇਹ ਸਹੀ ਕਹਿ ਰਹੇ ਨਾ? ਬਿਲਕੁਲ ਜੀ, ਤੁਸੀਂ ਤਾਂ ਬਹੁਤ ਅੱਛੀ ਤਰ੍ਹਾਂ ਕਹਿ ਦਿੱਤਾ। ਇਟਸ ਅ ਕਮਿਊਨਿਟੀ ਬੇਸਡ ਅਪਰੋਚ, ਕਿਉਂਕਿ ਅਸੀਂ ਜਾਣਦੇ ਹਾਂ ਜਿਹੜੇ ਕਮਿਊਨਿਟੀ ਦੀ ਆਵਾਜ਼ ਆਈ ਸੀ ਸਾਡੇ ਕੋਲ ਵੀ ਵੀ ਨੀਡ ਮੋਰ ਹੈਲਪ। ਕਮਿਊਨਿਟੀ ਅੱਛੀ ਤਰ੍ਹਾਂ ਜਾਣਦੀ ਹੈ ਵੀ ਉਹਨਾਂ ਦੀ ਨੀਡਸ ਕੀ ਹੈਗੀਆਂ ਨੇ ਤੇ ਵੇਅਰ ਦ ਗੈਪਸ ਆਰ। ਸੋ ਇਟਸ ਅ ਕਮਿਊਨਿਟੀ ਲੈਡ ਅਪਰੋਚ, ਕਮਿਊਨਿਟੀ ਬੇਸਡ ਅਪਰੋਚ, ਵੈਰੀ ਗ੍ਰਾਸ ਰੂਟਸ ਲੈਵਲ। ਬਹੁਤ ਹੀ ਇੰਪੋਰਟੈਂਟ ਹੈਗਾ। ਅੱਛਾ ਇਹ ਦੱਸੋ ਕਿ ਜਿਨ੍ਹਾਂ ਲੋਕਾਂ ਦਾ ਪੋਜ਼ਿਟਿਵ ਹੋਊਗਾ ਉਹ ਜਾ ਕੇ ਆਈਸੋਲੇਸ਼ਨ ਵਾਸਤੇ ਐਲੀਜੀਬਲ ਹੋਣਗੇ, ਔਰ ਜਾਂ ਉਹਨਾਂ ਨੂੰ ਡਾਕਟਰ ਦਾ ਕੋਈ ਫੋਨ ਜਾਂ ਕੋਈ ਇਹੋ ਜਿਹੀ ਕੋਈ ਰਿਪੋਰਟ ਹੋਏਗੀ ਤਾਂ ਉਹ ਜਾ ਕੇ ਐਲੀਜੀਬਲ ਹੋਣਗੇ, ਕਿ ਐਲੀਜੀਬਿਲਿਟੀ ਕਿਸ ਤਰ੍ਹਾਂ ਹੋਏਗੀ? ਗੁੱਡ ਕੁਐਸਚਨ ਜੀ, ਕਿਉਂਕਿ ਇਸੇ ਬਾਰੇ ਵੀ ਕਾਫੀ ਕਨਫਿਊਜ਼ਨ ਚੱਲ ਰਹੀ ਸੀ। ਐਂਡ ਸੋ ਜਿਹੜਾ ਪਹਿਲਾਂ ਪ੍ਰੋਸੈਸ ਸੀਗਾ, ਜੇ ਕਿਸੇ ਕੋਲ ਸਿੰਪਟਮਸ ਹੈਗੇ ਆ ਉਹਨਾਂ ਨੇ 811 ਫੋਨ ਕਰਨਾ ਹੈ, 811 ਤੋਂ ਅਪਾਇੰਟਮੈਂਟ ਮਿਲੇਗੀ, ਟੈਸਟ ਹੋਏਗਾ, ਐਂਡ ਜੇ ਪੋਜ਼ਿਟਿਵ ਟੈਸਟ ਨਿਕਲਿਆ ਫਿਰ AHS ਦਾ ਕੰਟੈਕਟ ਟ੍ਰੇਸਰ ਤੋਂ ਫੋਨ ਆਏਗਾ। ਹੁਣ ਇਹ ਅਲਬਰਟਾ ਹੈਲਥ ਸਰਵਿਸਿਜ਼ ਨੇ ਕਾਫੀ ਸਾਰੀ ਕੰਟੈਕਟ ਟ੍ਰੇਸਰਸ ਹਾਇਰ ਕੀਤੇ ਹੈਗੇ ਆ। ਦੇ ਹਾਇਰਡ ਆਈ ਥਿੰਕ ਮੇਬੀ 60 or 70 ਕੰਟੈਕਟ ਟ੍ਰੇਸਰਸ, ਹਰੇਕ ਭਾਸ਼ਾ ਵਿੱਚ ਗੱਲ ਕਰਦੇ ਆ, ਕਲਚਰ ਵੀ ਸਮਝਦੇ ਹੈਗੇ ਆ। ਉਹਨਾਂ ਨਾਲ ਗੱਲ ਹੋਏਗੀ with the person who's been diagnosed COVID positive, ਫਿਰ ਪਤਾ ਚੱਲੇਗਾ ਕਿ ਹੋਟਲ ਆਈਸੋਲੇਸ਼ਨ ਹੋਟਲ ਦੀ ਲੋੜ ਹੈਗੀ ਆ ਜਾਂ ਨਹੀਂ, ਕਿਉਂਕਿ ਹਰੇਕ ਪਰਿਵਾਰ ਦੀ ਅਲੱਗ-ਅਲੱਗ ਸਿਚੁਏਸ਼ਨ ਹੁੰਦੀ ਆ। ਕਈਆਂ ਘਰ ਵਿੱਚ ਜੇ ਹਾਊਸ ਹੋਲਡਰ ਨੂੰ ਪੋਜ਼ਿਟਿਵ ਡਾਇਗਨੋਸਿਸ ਹੈਗਾ ਪਰ ਉਹਨਾਂ ਦੇ ਮੰਮੀ ਡੈਡੀ ਨਾਲ ਰਹਿੰਦੇ ਆ, maybe it makes sense to send mom and dad to the hotel ਕਿ ਉਹਨਾਂ ਨੂੰ ਨਾ ਹੋਵੇ, ਤੇ ਜਿਹੜੇ ਹਾਊਸ ਹੋਲਡਰ ਹੈਗੇ ਉਹ ਘਰ ਰਹਿਣ। ਸੋ ਸਿਚੁਏਸ਼ਨ ਦੇ ਡਿਪੈਂਡੈਂਟ ਹੈ ਵੀ ਕਿੰਨੇ ਕਮਰੇ ਚਾਹੀਦੇ ਹੈਗੇ ਤੇ ਕਿਸ ਨੂੰ ਕਮਰਾ ਚਾਹੀਦਾ ਹੈਗਾ for this isolation. But AHS makes that arrangement with people who have tested COVID positive. Oh, I can't hear you. ਸੌਰੀ, ਮੇਰਾ ਖਿਆਲ ਉਹ ਗੜਬੜ ਹੋ ਗਈ ਸੀ। ਅੱਛਾ ਇਹ ਦੱਸੋ ਕਿ ਜਿਹੜਾ $625 ਤੁਸੀਂ ਦੇ ਰਹੇ ਹੋ, ਹਾਂਜੀ, ਉਹ ਇੰਡੀਵਿਜੂਅਲ ਨੂੰ ਮਿਲੇਗਾ ਜਾਂ ਉਹ ਫੈਮਿਲੀ ਨੂੰ ਮਿਲੇਗਾ? ਜੋ ਆਈਸੋਲੇਸ਼ਨ ਵਿੱਚ ਹੈ ਉਸ ਨੂੰ ਮਿਲੇਗਾ, whoever is isolating, ਹੈ ਨਾ। ਆਈਸੋਲੇਸ਼ਨ ਪੀਰੀਅਡ is 2 weeks, ਉਸ ਤੋਂ ਬਾਅਦ ਫਿਰ ਉਹ ਇਨਕਮ ਸਪੋਰਟ $625 ਮਿਲਦਾ ਹੈਗਾ। ਨਹੀਂ, ਮੇਰਾ ਕੁਐਸਚਨ ਐਸੀ ਸੀ ਕਿ ਅਗਰ ਫॉर ਐਗਜ਼ਾਮਪਲ ਅਗਰ ਪੇਰੈਂਟਸ ਗਏ ਨੇ ਆਈਸੋਲੇਸ਼ਨ ਵਾਸਤੇ, ਤੇ ਪੇਰੈਂਟਸ ਨੂੰ ਇੰਡੀਵਿਜੂਅਲੀ ਮਿਲੇਗਾ ਜਾਂ ਐਜ਼ ਅ ਫੈਮਿਲੀ ਨੂੰ ਮਿਲੇਗਾ 625? ਇੰਡੀਵਿਜੂਅਲੀ ਮਿਲੇਗਾ। ਇੰਡੀਵਿਜੂਅਲੀ ਮਿਲੇਗਾ, ਠੀਕ ਹੈ। ਦੇਖੋ ਨਾ ਕਿਤਨੀ ਵੱਡੀ ਸਹੂਲਤ ਹੈ ਔਰ ਕਿਤਨੀ ਵੱਡੀ ਤੁਸੀਂ ਫੈਸਿਲਿਟੀ ਦੇ ਰਹੇ ਹੋ, ਔਰ ਇਸ ਨੂੰ ਮੇਰਾ ਖਿਆਲ ਹੈ ਕਿ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ। ਅੱਛਾ ਹੁਣ ਇੱਕ ਚੀਜ਼ ਜਿਹੜੀ ਬੜੀ ਇੰਪੋਰਟੈਂਟ ਹੈ ਉਹ ਹੈਗੀ ਹੈ ਕਿ ਜਿਹੜੇ ਲੋਕ ਨੇ ਉਹ ਇਸ ਨੂੰ ਯੂਟਿਲਾਈਜ਼ ਕਰਨ ਜਿੰਨਾ ਵੀ ਜ਼ਿਆਦਾ ਹੋ ਸਕਦਾ ਹੈ, ਕਿਉਂਕਿ ਜ਼ਾਹਿਰ ਹੈ ਇੱਕ ਚੀਜ਼ ਤੇ ਕ੍ਰਿਟਿਸਿਜ਼ਮ ਇਹ ਆ ਰਿਹਾ ਹੈ ਕਿ ਜੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਸਿੰਗਲ ਆਊਟ ਕੀਤਾ ਗਿਆ, ਉਹ ਪ੍ਰੀਮੀਅਰ ਕੈਨੀ ਦੇ ਉੱਤੇ ਵੀ ਕ੍ਰਿਟਿਸਿਜ਼ਮ ਆਇਆ, ਉਹਨੂੰ ਤੁਸੀਂ ਕਿਸ ਤਰ੍ਹਾਂ ਡਿਸਪੈਲ ਕਰੋਗੇ?
Well, ਜਿਹੜੀ ਅਸਲੀਅਤ ਹੈ ਇਸਰਾਰ ਜੀ ਕਿ ਨਾਰਥ ਈਸਟ ਕੈਲਗਰੀ ਵਿੱਚ ਹਰੇਕ ਟਾਈਪ ਆਫ ਐਥਨੀਸਿਟੀ ਹੈਗੀ ਆ, ਸਾਊਥ ਏਸ਼ੀਅਨਸ ਵੀ ਹੈਗੀ ਆ, ਐਂਡ ਇਸ ਏਸ਼ੀਅਨਸ ਵਿੱਚ ਸਾਊਥ ਏਸ਼ੀਅਨਸ ਆ ਗਏ, ਸਾਊਥ ਈਸਟ ਏਸ਼ੀਅਨਸ, ਹੈ ਨਾ, ਐਂਡ ਇਸ ਤੋਂ ਇਲਾਵਾ ਵੀ ਹੈਵ so many other ethnic communities as well. So ਇਸ ਤਰ੍ਹਾਂ ਕਹਿਣਾ ਚਾਹੀਦਾ ਕਿ ਨਾਰਥ ਈਸਟ residents, ਹੈ ਨਾ, ਹਾਂ so ਇਹ ਜਿਹੜੀ support ਹੈਗੀ is for anybody who's impacted. But we also know that Northeast communities ਵਿੱਚ and Edmonton ਵਿੱਚ ਜਿੱਥੇ ਜ਼ਿਆਦਾ newcomers ਰਹਿੰਦੇ ਹੈਗੇ ਆ, ਹੁਣ ਮੈਂ ਆਪਣੀ ਕਹਾਣੀ ਤੁਹਾਨੂੰ ਦੱਸਦੀ ਹਾਂ। ਜਦੋਂ ਮੈਂ ਛੋਟੀ ਸੀ, ਮੇਰੀ ਮੰਮੀ ਹਾਊਸ ਕੀਪਿੰਗ ਦਾ ਕੰਮ ਕਰਦੇ ਸੀ, ਬੱਸ ਤੇ ਜਾਂਦੇ ਸੀ, ਮੇਰੇ ਡੈਡ CP ਰੇਲਵੇਜ਼ ਵਿੱਚ ਕੰਮ ਕਰਦੇ ਸੀ, ਕਾਰਪੂਲਿੰਗ ਕਰਦੇ ਸੀ, ਚਾਚਾ ਜੀ ਮੇਰੇ ਬੱਸ ਡਰਾਈਵਰ ਸੀ, public facing frontline services, ਨਾ ਇਹੀ ਨੌਕਰੀਆਂ ਉਸ ਦਿਨ ਮਿਲਦੀਆਂ ਸੀ, and there's a lot of pride and honor in these jobs. So ਜਦੋਂ absolutely. ਬਾਹਰ ਜਾਂਦੇ ਹੈਗੇ ਆ ਵੀ ਤੁਹਾਡਾ ਰਿਸਕ ਤਾਂ ਵਧਣਾ ਹੀ ਵਧਣਾ ਹੈਗਾ। This is a story that's happening in these communities. They're all newcomer families. ਉਹਨਾਂ ਨੂੰ ਆਪਣੀ ਪਰਿਵਾਰ ਲਈ ਕੰਮ ਕਰਨ ਵਾਸਤੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਹੈ। ਹੁਣ ਜਿਹੜੇ ਦਫ਼ਤਰਾਂ ਵਿੱਚ ਕੰਮ ਕਰਦੇ ਹੋ ਤਾਂ ਘਰੋਂ ਕਰ ਸਕਦੇ ਆ। ਸੋ ਇਸ ਕਰਕੇ ਨੰਬਰਸ ਜ਼ਿਆਦਾ ਫੈਲ ਚੁੱਕੇ ਹੈਗੇ ਆ, ਐਂਡ ਮਲਟੀ ਜਨਰੇਸ਼ਨਲ ਫੈਮਲੀਜ਼। ਸੋ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਦੀ ਹੁੰਦੀ ਆ ਵੀ ਹੁਣ ਇਹ ਟਾਈਮ ਨਹੀਂ ਹੈਗਾ ਵੀ ਛੋਟੀਆਂ ਗੱਲਾਂ ਤੇ ਅਸੀਂ ਲੜਾਈ ਸ਼ੁਰੂ ਕਰ ਲੈਣੀ ਆ। ਇਟਸ ਅ ਟਾਈਮ ਫॉर heightened collaboration and cooperation, and Premier Kenny ਨੇ ਇਹ ਪੂਰੀ he clarified this too. ਉਹਨਾਂ ਦਾ ਮਤਲਬ ਇਹ ਨਹੀਂ ਸੀਗਾ to pick on one community, but just to say generally speaking ਕਿ numbers ਵੱਧ ਚੁੱਕੇ ਹੈਗੇ ਆ in these areas of the city. ਹਾਂ ਲੇਕਿਨ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਇੱਕ ਸੈਂਸਿਟੀਵਿਟੀ ਜ਼ਰੂਰ ਦੇਖਣੀ ਚਾਹੀਦੀ ਹੈਗੀ ਹੈ, ਔਰ ਖਾਸ ਤੌਰ ਤੇ ਜਿਹੜੀਆਂ ਤੁਹਾਡੀਆਂ ਟੀਮਾਂ ਵੀ ਜਾਣਗੀਆਂ ਉਹਨਾਂ ਨੂੰ ਵੀ ਕਲਚਰਲੀ ਔਰ ਰਿਲੀਜੀਅਸਲੀ ਔਰ ਵੈਸੇ ਵੀ ਐਥਨੀਸਿਟੀ ਦੇ ਹਿਸਾਬ ਨਾਲ ਵੀ ਸੈਂਸਿਟਾਈਜ਼ ਕਰਨ ਦੀ ਜ਼ਰੂਰਤ ਹੈਗੀ ਹੈ, ਤਾਂ ਕਿ ਉਹ ਜਾਣ, ਉਹਨਾਂ ਨੂੰ ਪਤਾ ਹੋਏ ਕਿ ਉਹ ਕਿਹੜੇ ਕਲਚਰਸ ਨਾਲ ਗੱਲ ਕਰ ਰਹੇ ਨੇ, ਕਿਸ ਤਰ੍ਹਾਂ ਕਰਨੀ ਹੈ, ਤਾਂ ਕਿ ਉਹ ਕੋਈ ਮਸਲਾ ਇਹੋ ਜਿਹਾ ਨਾ ਹੋਏ ਕਿ ਲੋਕਾਂ ਦਾ ਇੱਕ ਕੌਨਫੀਡੈਂਸ ਲੈਵਲ ਜਿਹੜਾ ਸ਼ੈਟਰ ਹੋ ਜਾਏ। ਬਿਲਕੁਲ ਜੀ, ਐਂਡ that is why ਜਿਹੜੇ ਹੁਣ ਆਰਗੇਨਾਈਜੇਸ਼ਨਸ ਹੈਗੇ ਨੇ, ਕਲਚਰਲ ਬ੍ਰੋਕਰਸ, ਉਹ ਤਾਂ ਅੱਛੀ ਤਰ੍ਹਾਂ ਜਾਣਦੇ ਹੈਗੇ ਆ। ਐਂਡ ਇੱਕ ਹੋਰ ਵੀ ਹੁਣ ਇਟਸ ਨਾਟ ਅ ਨਿਊ ਪ੍ਰੋਬਲਮ, ਪਹਿਲਾਂ ਵੀ ਸੀਗੀ, ਹੁਣ ਅਸੀਂ ਸਟਿਗਮਾ ਬਾਰੇ ਗੱਲ ਕਰੀਏ। ਹੁਣ ਇਹ ਵੀ ਪ੍ਰੋਬਲਮ ਹੋ ਚੁੱਕੀ ਹੈਗੀ ਆ ਕਿ ਕਈ ਲੋਕ ਜਿਨ੍ਹਾਂ ਨੂੰ ਕੋਵਿਡ ਪੋਜ਼ਿਟਿਵ ਡਾਇਗਨੋਸਿਸ ਹੈਗਾ ਉਹ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ, ਜਾਂ ਜੇ ਉਹਨਾਂ ਨੂੰ ਸ਼ੱਕ ਵੀ ਹੈਗਾ ਉਹ ਟੈਸਟ ਨਹੀਂ ਕਰਾਉਣਾ ਚਾਹੁੰਦੇ, ਕਿਉਂਕਿ ਕਈ ਵਾਰੀ there are all kinds of discrimination ਹੋ ਜਾਂਦੀ ਹੈਗੀ ਆ। ਹੁਣ ਜਦੋਂ ਕਾਰਗਿਲ ਵਿੱਚ ਆਊਟਬ੍ਰੇਕ ਹੋਇਆ ਸੀ, ਖਾਸ ਕਰਕੇ ਫਿਲੀਪੀਨੋ ਕਮਿਊਨਿਟੀ ਵਿੱਚ, ਉਹਨਾਂ ਨੂੰ ਬੜੀ ਤਕਲੀਫ ਆਈ ਸੀ, ਬੜੀ ਡਿਸਕ੍ਰਿਮੀਨੇਸ਼ਨ ਉਹਨਾਂ ਵੱਲ ਹੋਈ ਸੀਗੀ। ਐਂਡ ਸਾਰੇ ਦੇਖ ਰਹੇ ਹੈਗੇ ਆ ਕਿ ਜਦੋਂ ਇਸ ਤਰ੍ਹਾਂ ਹੁੰਦਾ ਵੀ ਸ਼ਾਇਦ ਮੇਰੇ ਨਾਲ ਵੀ ਹੋ ਸਕਦਾ ਹੈ। ਇਸ ਕਰਕੇ ਅਸੀਂ ਹੁਣ ਕਹਿ ਰਹੇ ਹੈਗੇ ਜੇ ਤੁਹਾਨੂੰ ਕੋਵਿਡ ਹੈ, ਤੁਸੀਂ ਡੋਂਟ ਬੀ ਅਸ਼ੇਮਡ, ਕੋਈ ਸ਼ਰਮ ਦੀ ਗੱਲ ਨਹੀਂ, ਕਿਸੇ ਨੂੰ ਵੀ ਹੋ ਸਕਦਾ, ਕਿਸੇ ਨੂੰ ਵੀ ਹੋ ਸਕਦਾ ਹੈ। ਹਾਂ ਹਾਂਜੀ, ਵੀ ਤੁਸੀਂ ਆਪਣੀ ਗੱਲ ਕਰੋ, ਤੁਸੀਂ ਆਪਣੀ ਤਕਲੀਫ ਤੁਸੀਂ ਦੂਜਿਆਂ ਨਾਲ ਵੰਡੋ, ਤੁਸੀਂ ਆਪਣਾ ਹੈ ਨਾ ਦਰਦ ਸ਼ੇਅਰ ਕਰੋ, ਬਿਕਾਜ਼ when you speak your story, it encourages other people to speak out. And I'll tell you again, myself, my husband was diagnosed COVID positive, and ਪਹਿਲਾਂ ਮੈਨੂੰ ਵੀ ਲੱਗਿਆ ਵੇ ਸ਼ਾਇਦ ਕਿ ਅਸੀਂ ਕੋਈ ਲਾਪਰਵਾਹੀ ਕੀਤੀ ਜਾਂ ਕਿਸ ਤਰ੍ਹਾਂ ਹੋਏ, but that's not the case. We're very careful. It can happen to anybody. ਤੇ ਉਹਨਾਂ ਦੇ ਕੀ ਹਾਲ ਹੈ ਜੀ ਹੁਣ? ਉਹਨਾਂ ਦਾ ਠੀਕ ਹੋਏ ਨੇ? ਹਾਂਜੀ, ਉਹ ਬਿਲਕੁਲ ਠੀਕ ਹੈਗੇ ਆ। ਮੈਂ ਪਰਮਿਸ਼ਨ ਲਈ ਸੀ, ਮੈਂ ਕਿ ਮੈਂ ਤੁਹਾਡੇ ਬਾਰੇ ਮੈਂ ਗੱਲ ਕਰਾਂਗੀ। ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਸਾਰਿਆਂ ਦੇ ਘਰ ਵਿੱਚ ਇਟਸ ਸੇਮ ਥਿੰਗ, ਐਂਡ ਇਸ ਕਰਕੇ ਜਦੋਂ ਇਹ ਜਿਹੜਾ ਸਟਿਗਮਾ ਹੈਗਾ, ਇਸ ਦਾ ਹੱਲ ਇਹ ਹੈਗਾ ਕਿ ਅਸੀਂ ਸਾਰੇ ਇਕੱਠੇ ਰਲ ਮਿਲ ਕੇ ਅਸੀਂ ਗੱਲ ਕਰੀਏ, ਅਸੀਂ ਇੱਕ ਦੂਸਰੇ ਦੀ ਸਪੋਰਟ ਕਰੀਏ ਕਿ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ। ਇਟਸ ਅ ਰਿਐਲਿਟੀ ਆਫ ਲਾਈਫ, ਐਂਡ ਦ ਵੈਕਸੀਨ ਇਜ਼ ਅਰਾਊਂਡ ਦ ਕੋਰਨਰ। That's the light at the end of the tunnel. Yes, it is. Yes. It is. ਅੱਲਾਹ ਤਾਲਾ ਕਰੇ ਬੜਾ ਠੀਕ ਹੋ ਜਾਏ। ਇੱਕ ਚੀਜ਼ ਹੋਰ ਵੀ ਮੈਂ ਰਿਕੁਐਸਟ ਕਰਾਂਗਾ ਲੋਕਾਂ ਨੂੰ ਕਿ ਇਹ ਇੱਕ ਐਸੀ ਪੈਂਡੈਮਿਕ ਹੈ ਜਿਹਨੂੰ ਪੋਲਿਟਿਸਾਈਜ਼ ਨਹੀਂ ਕਰਨਾ ਚਾਹੀਦਾ। ਇਹ ਹਰ ਇੱਕ ਦੇ ਵਾਸਤੇ ਵੇ, ਔਰ ਇਹਦੇ ਵਿੱਚ ਕੋਈ ਵੀ ਪਾਰਟੀ, ਰਿਗਾਰਡਲੈਸ ਆਫ ਦਾ ਕਲਚਰ, ਰਿਗਾਰਡਲੈਸ ਆਫ ਦਾ ਪਾਰਟੀ ਐਫੀਲੀਏਸ਼ਨਸ, ਜੋ ਵੀ ਹੈ, ਸਾਨੂੰ ਇਹਨੂੰ ਪੋਲਿਟਿਸਾਈਜ਼ ਨਹੀਂ ਕਰਨਾ ਚਾਹੀਦਾ। Is that right ਜੀ? I agree. ਮੈਂ ਤਾਂ ਸ਼ੁਰੂ ਤੋਂ ਕਹਿ ਰਹੀ ਹੈਗੀ ਆ ਕਿ this is beyond politics, and ਜਦੋਂ ਮੈਂ ਗੱਲ ਵੀ ਕਰਦੀ ਆ, ਮੈਂ ਹਮੇਸ਼ਾ ਕਹਿੰਦੀ ਆ I'm speaking about this not as a politician, but as a mother, as a wife, as a daughter, a sister, a daughter of the community. And ਮੈਂ ਹਮੇਸ਼ਾ ਇਹ ਵੀ ਕਹਿੰਦੀ ਆ that this is a time of heightened collaboration, cooperation, compassion, and cultural sensitivity. Politics has no role in this. And ਮੈਂ ਇਹ ਵੀ ਜਾਣਦੀ ਹੈਗੀ ਆ ਵੀ ਅਸੀਂ ਸਾਰੇ ਥੱਕ ਗਏ ਹੈਗੇ ਆ, ਬਹੁਤ ਥਕਾਵਟ ਹੋ ਗਈ ਹੈ COVID-19 ਦੇ ਕਾਰਨ, ਐਂਡ ਕਈ ਵਾਰੀ
we get irritated with each other, गुस्सा आ जाता है, we get depressed or sad, and to this मैं यही कहांगी कि तसल्ली रखो, जिਵੇਂ ਕਹਿ ਰਹੇ ਸੀ, there's light at the end of the tunnel, vaccine ਆ ਚੁੱਕੀ ਹੈਗੀ ਆ, ਹੋਰ 4-5 ਮਹੀਨਿਆਂ ਤੱਕ ਸਾਰਿਆਂ ਤੱਕ ਪਹੁੰਚ ਜਾਣੀ ਆ। ਇਹ ਨਾ ਹੋਵੇ ਕਿ ਤੁਸੀਂ ਵੈਕਸੀਨ ਤੋਂ ਪਹਿਲਾਂ ਤੁਸੀਂ ਬਿਮਾਰ ਹੋ ਜਾਣ, so please stay safe, but stay hopeful and stay optimistic. और आखिरी चाहे जरा थोड़ा जा कोई हॉलीडे सीजन हैगा ਉਹਦਾ ਵੀ ਮੈਸੇਜ ਦੇ ਦਿਓ। जी, ਹੁਣ holiday season ਵਿੱਚ my biggest message is ਅਸੀਂ COVID-19 ਬਾਰੇ ਹਮੇਸ਼ਾ ਗੱਲ ਕਰਦੇ ਹੈਗੇ ਆ, so ਉਸ ਦੇ ਬਾਰੇ ਅਸੀਂ already ਗੱਲ ਕਰ ਚੁੱਕੇ ਹੈਗੇ ਆ। I would say on the Dalai Lama says the purpose of life is to be happy. And ਇਹ ਇੱਕ ਗੱਲ ਕਿਸ ਨੂੰ ਭੁੱਲਣੀ ਨਹੀਂ ਚਾਹੀਦੀ। ਹੁਣ ਸਾਡੇ ਹਾਲਾਤ ਹੈ ਜੋ ਹੈਗੇ ਆ, ਪਰ ਫਿਰ ਵੀ life is very beautiful. ਅਸੀਂ ਆਪਣੇ ਪਰਿਵਾਰ ਵਿੱਚ ਹੈਗੇ ਆ, ਅਸੀਂ ਸਾਡੇ ਬੱਚੇ ਸਾਡੇ ਆਸ-ਪਾਸ ਹੈਗੇ ਆ, and we really have to celebrate the small moments. And holidays, ਜਿਵੇਂ ਅਸੀਂ ਪਹਿਲਾਂ celebrate ਕਰ ਸਕਦੇ ਸੀ, ਉਸ ਤਰ੍ਹਾਂ ਅਸੀਂ ਨਹੀਂ ਕਰ ਸਕਦੇ, but it doesn't matter. It doesn't mean that all is lost. There's still so many ways to be happy and to spread that happiness and joy. Absolutely, I agree with you, Rajan ji. और जिस क्या ना कि purpose of life is to be happy. Let's be happy and let's work out everything possible to be happy. और जिस तरह ਤੁਸੀਂ ਕਿਹਾ ਕਿ ਇੱਕ ऐसा इनिशिएटिव है कम्युनिटी आउटरीच का जिसका सब फायदा चुकना चाहिए। और आखिर में मैं लोगों को उर्दू में बता दूं कि जो लोग भी बीमार हैं, खुदा न खास्ता उनको कोविड है यहाँ पे अल्बर्टा में, वो अपने आप को रजिस्टर करवा सकते हैं, वो आइसोलेशन के लिए जा सकते हैं होटल्स में। आपका होटल का स्टे फ्री होगा, आपको वहाँ पे कल्चरली और रिलीजियसली सेंसिटिव फूड मिलेगी और आपको $625 पर हेड भी मिलेंगे। तो ये जिस्ट है जो कम्युनिटी आउटरीच का जो इनिशिएटिव है। राजन जी, थैंक यू वेरी मच जी, और हैप्पी हॉलीडेज, मैरी क्रिसमस, और ਤੁਸੀਂ ਖੁਸ਼ ਰਹੋ ਜੀ। और मैं देखना कि ਤੁਹਾਡੇ ਤੇ ਥੋੜਾ ਜਿਹਾ ਸਟ੍ਰੈਸ ਵੀ ਇੰਨਾ ਜ਼ਿਆਦਾ ਤੁਸੀਂ ਕੰਮ ਕਰ ਰਹੇ ਹੋ ਕਿ ਸਟ੍ਰੈਸ ਵੀ ਤੁਸੀਂ ਲੈ ਰਹੇ ਹੋ, ਉਹ ਵੀ ਹੌਲੀ ਹੌਲੀ ਰਿਲੀਜ਼ ਕਰੋ ਉਹਨੂੰ। Well, Israrji, thank you, Ji. Happy holidays to you too. But I will say just one thing, and years from now, and I'll say it in English, when we look back to this time in history, we'll ask ourselves, did we do everything in our power to help other people? And I want to be confidently be able to say, yes, I did. And I know that you want to say that too. So is Kalvich, I'll just end there. And thank you, Ji. It's such a pleasure. बहुत शुक्रिया। ਤੁਹਾਡੀ ਲੀਡਰਸ਼ਿਪ ਹੈ, ਉਹ ਤੁਹਾਡੀ ਲੀਡਰਸ਼ਿਪ ਦਾ ਇਮਤਿਹਾਨ ਹੈ, और ਮੈਨੂੰ ਉਮੀਦ ਹੈ और यकीन है कि ਤੁਸੀਂ ਉਹਦੇ ਪੂਰਾ ਉਤਰੋਗੇ ਜੀ। Thank you, Ji. Thank you. Thank you very much. बहुत शुक्रिया। Thank you very much. सत श्री अकाल।